ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਹਾਂਜੀ ਪਟ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ, ਠੀਕ ਠਾਕ ਹੋ? ਬੜੀ ਕਿਰਪਾ ਜੀ। ਸੰਯੁਕਤ ਸਮਾਜ ਮੋਰਚੇ ਨੂੰ ਨਹੀਂ ਮਿਲਿਆ ਚੋਣ ਨਿਸ਼ਾਨ, ਬੜਾ ਵੱਡਾ ਉਮੀਦਵਾਰ ਲੜਨਗੇ ਆਜ਼ਾਦ ਉਮੀਦਵਾਰ ਵਜੋਂ ਚੋਣ। ਸੰਯੁਕਤ ਕਿਸਾਨ ਮੋਰਚੇ ਨੇ ਆਪਣੀ ਜਿਹੜੀ ਪਾਰਟੀ ਉਹ ਦਸੰਬਰ ਦੇ ਆਖਰੀ ਹਫ਼ਤੇ 'ਚ ਬਣਾਈ ਸੀ। 25 ਦਸੰਬਰ ਨੂੰ ਇਹਨਾਂ ਐਲਾਨ ਕੀਤਾ ਕਿ ਸਾਡਾ ਸੰਯੁਕਤ ਕਿਸਾਨ ਮੋਰਚਾ ਨਹੀਂ, ਸੰਯੁਕਤ ਸਮਾਜ ਮੋਰਚਾ ਪਾਰਟੀ ਹੈ। ਉਹਦੀ ਰਜਿਸਟ੍ਰੇਸ਼ਨ ਵਾਸਤੇ ਚੋਣ ਸਿੰਬਲ ਵਾਸਤੇ 7 ਤਰੀਕ ਨੂੰ ਇਹਨਾਂ ਅਪਲਾਈ ਕੀਤਾ। ਉਥੋਂ ਆਬਜੈਕਸ਼ਨ ਲੱਗ ਕੇ ਆ ਗਏ ਵੀ ਇਹ ਫਾਰਮੈਲਿਟੀਆਂ ਤੁਹਾਡੀਆਂ ਘੱਟ ਨੇ, ਇਹ ਪੂਰੀਆਂ ਕੀਤੀਆਂ ਜਾਣ। ਬਕਾਇਦਾ ਤੌਰ ਤੇ ਉਹਨਾਂ ਨੇ ਉਹ ਫਾਰਮੈਲਿਟੀਆਂ ਪੂਰੀਆਂ ਕਰਕੇ ਵਾਪਸ ਜਦੋਂ ਫਾਈਲ ਭੇਜੀ ਤੇ ਮੁੜ ਕੇ ਸਿਰਫ ਇਹੋ ਹੀ ਕਹਿੰਦੇ ਰਹੇ ਵੀ ਭਾਜੀ ਤੁਹਾਡੀ ਫਾਈਲ ਤੇ ਵਿਚਾਰ ਹੋ ਰਹੀ ਹੈ। ਲੇਕਿਨ ਵਿਚਾਰ ਅੱਜ ਤੱਕ ਨਹੀਂ ਹੋਈ, ਨਾ ਉਹਨਾਂ ਨੂੰ ਚੋਣ ਨਿਸ਼ਾਨ ਮਿਲਿਆ, ਨਾ ਉਹਨਾਂ ਦੀ ਰਜਿਸਟ੍ਰੇਸ਼ਨ। ਬਕਾਇਦਾ ਤੌਰ ਤੇ ਜਿਹੜੇ ਸਮਾਜ ਮੋਰਚੇ ਦੇ ਜਨਰਲ ਸੈਕਟਰੀ ਪ੍ਰੇਮ ਸਿੰਘ ਭੰਗੂ, ਉਹਨਾਂ ਨੇ ਦੋਸ਼ ਲਾਇਆ ਕਿ ਉਹਨਾਂ ਦੀ ਰਜਿਸਟ੍ਰੇਸ਼ਨ ਦੇ ਵਿੱਚ ਜਿਹੜਾ ਵਾ ਆਮ ਆਦਮੀ ਪਾਰਟੀ ਤੇ BJP ਨੇ ਅੜਿੱਕਾ ਲਾਇਆ। ਉਹਨਾਂ ਨੇ ਚੋਣ ਕਮਿਸ਼ਨ ਨੂੰ ਕੰਮ ਨਹੀਂ ਕਰਨ ਦਿੱਤਾ ਤੇ ਸਾਡੀ ਪਾਰਟੀ ਨੂੰ ਚੋਣ ਨਿਸ਼ਾਨ ਨਹੀਂ ਮਿਲਿਆ। 5 ਤਰੀਕ ਨੂੰ ਅਸੀਂ ਇਹਨਾਂ ਨੂੰ 3 ਚੋਣ ਨਿਸ਼ਾਨ ਕਹੇ, ਇੱਕ ਮੰਜਾ ਕਿਹਾ ਵਾ, ਇੱਕ ਬਕਾਇਦਾ ਤੋਂ ਤੇ ਕੈਂਚੀ, ਇੱਕ ਪੌਟ ਕਿਹਾ। ਟਰੈਕਟਰ ਭੁੱਲ ਗਏ ਕਿਉਂਕਿ ਯੂਪੀ ਦੇ ਵਿੱਚ ਬਕਾਇਦਾ ਤੌਰ ਤੇ 1150 ਪੰਚਾਇਤ ਮੈਂਬਰ ਚ ਚੋਣਾਂ ਲੜੇ ਸੀ, ਉਹਨਾਂ ਨੂੰ ਟਰੈਕਟਰ ਚੋਣ ਨਿਸ਼ਾਨ ਸੀ ਤੇ 1125 ਜਿੱਤ ਗਏ ਸੀ ਟਰੈਕਟਰ ਦੇ। ਇਹਨਾਂ ਨੇ ਟਰੈਕਟਰ ਨਹੀਂ ਮੰਗਿਆ, 3 ਚੋਣ ਨਿਸ਼ਾਨ ਮੰਗੇ ਇਹਨਾਂ ਨੇ। ਹੁਣ ਇਹਨਾਂ ਦੇ ਉੱਤੇ ਚੋਣ ਨਿਸ਼ਾਨ ਸਾਂਝਾ ਦਿੰਦੇ ਕਿ ਨਹੀਂ ਦਿੰਦੇ ਇਹ ਤੇ ਪਤਾ ਨਹੀਂ, ਲੇਕਿਨ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕਰਤਾ ਕਿ ਉਹ ਚੋਣ ਹਰ ਹਾਲ ਚ ਲੜਨਗੇ। ਉਹਨਾਂ ਨੂੰ ਪਿੰਡਾਂ 'ਚ ਬਹੁਤ ਸਮਰਥਨ ਮਿਲ ਰਿਹਾ ਵਾ, ਕਿਸਾਨ ਉਹਨਾਂ ਦੇ ਨਾਲ ਨੇ, ਮਜ਼ਦੂਰ ਉਹਨਾਂ ਦੇ ਨਾਲ ਨੇ। ਇਸ ਕਰਕੇ ਉਹਨਾਂ ਦੇ ਸਾਰੇ ਉਮੀਦਵਾਰ ਆਜ਼ਾਦ ਉਮੀਦਵਾਰ ਚੋਣ ਲੜਨਗੇ ਜੇ ਉਹਨਾਂ ਚੋਣ ਨਿਸ਼ਾਨ ਪ੍ਰੋਪਰਲੀ ਇੱਕ ਨਹੀਂ ਮਿਲਦਾ। ਤੇ ਜੇ ਇਹ ਗੱਲ ਆ ਤੇ ਮੈਂ ਸੋਚਦਾ ਵੀ ਇਹ ਧੱਕਾ ਵਾ ਕਿਸਾਨਾਂ ਦਾ, ਸੰਯੁਕਤ ਸਮਾਜ ਮੋਰਚੇ ਦਾ ਧੱਕਾ। ਜਦੋਂ ਤੁਸੀਂ ਕਹਿ ਦਿੱਤਾ ਵੀ ਭਾਈ ਇਹ ਆਪਣੀਆਂ ਚੁਣੀਆਂ ਵਾ ਠੀਕ ਕਰਕੇ ਭੇਜੋ, ਆਬਜੈਕਸ਼ਨ ਰਿਮੂਵ ਕਰੋ, ਉਹ ਕਹਿੰਦੇ ਅਸੀਂ ਆਬਜੈਕਸ਼ਨ ਰਿਮੂਵ ਕਰਤੇ ਆ। ਜੇ ਫਿਰ ਵੀ ਸਾਨੂੰ ਨਹੀਂ ਸਾਡੀ ਰਜਿਸਟ੍ਰੇਸ਼ਨ ਦਿੱਤੀ ਕੀਤੀ ਤੇ ਫਿਰ ਕਿਤੇ ਨਾ ਕਿਤੇ ਤੇ ਕੋਈ ਅੜਚਨ ਜ਼ਰੂਰ ਹੈਗੀ ਹੈ। ਦੂਜੇ ਪਾਸੇ ਦੇ ਨਾਲ ਮੈਂ ਹੋਰ ਜੋੜ ਦਿਆਂ, ਕੱਲ 31 ਜਨਵਰੀ ਸੀ। 31 ਜਨਵਰੀ ਨੂੰ ਬਕਾਇਦਾ ਤੌਰ ਤੇ 15 ਜਨਵਰੀ ਜਿਹੜੀ ਮੀਟਿੰਗ ਸਿੰਘੂ ਬਾਰਡਰ ਤੇ ਕੀਤੀ ਗਈ ਸੀ ਬਾਕੀ ਜਥੇਬੰਦੀਆਂ ਨੇ, ਔਰ ਜਿਹੜੇ ਚੋਣ ਲੜਨ ਵਾਲੇ ਸੀ ਉਹਨਾਂ ਨੂੰ 4 ਮਹੀਨੇ ਲਈ ਫਾਰਗ ਕਰ ਦਿੱਤਾ ਸੀ ਕਿ ਤੁਸੀਂ 4 ਮਹੀਨੇ ਤੱਕ ਫਾਰਗ ਦੇ ਸੰਯੁਕਤ ਕਿਸਾਨ ਮੋਰਚੇ। ਉਹਨਾਂ ਨੇ ਬਕਾਇਦਾ ਤੌਰ ਤੇ ਕੱਲ ਥਾਂ ਤੇ ਵਿਸ਼ਵਾਸਘਾਤ ਦਿਵਸ ਮਨਾਇਆ। BJP ਸਰਕਾਰ ਦੇ ਪੁਤਲੇ ਸਾੜੇ, ਪ੍ਰਧਾਨ ਮੰਤਰੀ ਦੇ ਪੁਤਲੇ ਸਾੜੇ। ਬਕਾਇਦਾ ਤੌਰ ਤੇ ਸੋਨੀਪਤ ਤੋਂ ਵੱਡੀ ਗਿਣਤੀ 'ਚ ਕਿਸਾਨ ਇਕੱਠੇ ਹੋ ਗਏ, ਗਲ ਦੇ ਵਿੱਚ ਜੰਜੀਰਾਂ ਪਾ ਕੇ ਸਿੰਘੂ ਬਾਰਡਰ ਵੱਲ ਵਧੇ। ਅੱਗੇ ਸਿੰਘੂ ਬਾਰਡਰ ਤੋਂ ਦਿੱਲੀ ਦਾਖਲ ਨਹੀਂ ਦਿੱਤਾ ਹਰਿਆਣਾ ਪੁਲਿਸ ਨੇ ਤੇ ਦਿੱਲੀ ਪੁਲਿਸ ਨੇ ਰੋਕ ਦਿੱਤਾ ਤੇ ਉੱਤੇ ਸਿੰਘੂ ਬਾਰਡਰ ਤੇ ਫਿਰ ਕੱਲ ਟ੍ਰੈਫਿਕ ਜਾਮ ਰਹੀ। ਉਹਨਾਂ ਲੋਕਾਂ ਨੇ ਕਾਫੀ ਛੂਟ ਛੇੜਾ ਵੀ ਕੀਤਾ ਵੀ ਭਾਈ ਸਾਡੀ MSP ਦੀ ਜਿਹੜੀ ਡਿਮਾਂਡ ਆ ਉਹ ਪੂਰੀ ਕੀਤੀ ਜਾਵੇ। MSP ਵਾਸਤੇ ਸਾਰੇ ਕਿਸਾਨਾਂ ਦੇਸ਼ਾਂ ਨੂੰ ਕਿਹਾ ਕਿ ਇੱਕ ਮੁੱਠ ਹੋ ਕੇ ਇੱਕ ਮੰਚ ਤੇ ਇਕੱਠੇ ਹੋ ਜਾਓ ਤਾਂ ਕਿ ਆਪਾਂ MSP ਦੀ ਆਪਣੀ ਜਿਹੜੀ ਮੰਗ ਉਹ ਵੀ ਮਨਾ ਸਕੀਏ ਜੀ। ਲੇਕਿਨ ਸੰਯੁਕਤ ਸਮਾਜ ਮੋਰਚੇ ਨੂੰ ਚੋਣ ਨਿਸ਼ਾਨ ਨਾ ਮਿਲਣਾ, ਉਹਨਾਂ ਦੀ ਰਜਿਸਟ੍ਰੇਸ਼ਨ ਨਾ ਹੋਣੀ, ਇਹ ਵੀ ਇੱਕ ਸਵਾਲ ਨਿਸ਼ਾਨ ਲੱਗੇਗਾ ਆਉਣ ਵਾਲੇ ਸਮੇਂ। ਮੈਂ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਆਗੂ, ਉਹਨਾਂ ਨੂੰ ਬਹੁਤ ਜ਼ਿਆਦਾ ਹੈ ਤਾਂ ਸਿਆਣੇ, ਬਹੁਤ ਜ਼ਿਆਦਾ ਨੌਲੇਜ ਹੈ, ਜਿਨ੍ਹਾਂ ਨੇ ਇੰਨੀ ਡੂੰਘਾਈ ਦੇ ਵਿੱਚ ਜਾ ਕੇ ਉਹਦੇ ਵਿੱਚ ਖਾਮੀਆਂ ਲੱਭ ਲਈਆਂ ਹੈ ਨਾ। ਜੋ ਬਿੱਲ ਪਾਸ ਕਰਤਾ ਗਿਆ ਜਾਂ ਜਿਸ ਤਰੀਕੇ ਨਾਲ ਆਰਡੀਨੈਂਸ ਵੀ ਪੜ੍ਹ ਕੇ ਸੁਣਾਇਆ ਉਹਨਾਂ ਦਾ ਵੀ ਤੇ ਉਹਨਾਂ ਦਾ ਦੋਨੋਂ ਪੱਖ ਮੇਰੇ ਖਿਆਲ 'ਚ ਆਪਾਂ
ਦੋ ਤਿੰਨ ਵਾਰ ਸੁਣਾਏ ਜੀ। 2 ਵਾਰ ਤਾਂ ਪੱਕਾ ਮੈਨੂੰ ਪਤਾ ਨਾ, ਮੈਂ ਘੰਟਾ 2 ਘੰਟੇ ਲਾਏ। ਜਿਸ ਤਰੀਕੇ ਨਾਲ ਯਾਰ ਇਹਨਾਂ ਨੇ ਬਰੀਕੀਆਂ ਲੱਭ ਕੇ ਤੇ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ, ਇਹਨਾਂ ਨੂੰ ਅੰਦਰ ਸਵੇ 'ਚ ਹੱਥ ਮਾਰਨ ਦਾ ਮੌਕਾ ਨਹੀਂ ਮਿਲਿਆ ਕਿ ਇਹ ਮੌਕਾ ਸਹੀ ਨਹੀਂ ਹੈ, ਕਿ ਅਸੀਂ ਚੋਣਾਂ ਕਿਉਂ ਲੜੀਏ, ਅਸੀਂ ਸਾਈਡ ਤੇ ਬੈਠ ਕੇ ਤਮਾਸ਼ਾ ਦੇਖੀਏ। ਅੰਦਰ ਖਾਤੇ ਸਾਰਾ ਹੀ ਕਰਦੇ ਨੇ, ਪਰ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਗੇਮ, ਰਾਜਨੀਤਿਕ ਗੇਮ ਜਿਹੜੀ ਛੜਯੰਤਰ ਆ, ਉਹਦੇ ਇਹ ਮੈਨੂੰ ਸ਼ੱਕ ਜਿਹਾ ਪੈਂਦਾ ਕਿ ਇਹ ਉਹਨਾਂ ਦੇ ਨਾ ਝਾਸੇ ਚੜ੍ਹ ਗਏ ਨੇ, ਉਹਨਾਂ ਦੇ ਚੱਕਰ ਵੀ ਉਹਦੇ ਵਿੱਚ ਫਸ ਗਏ ਨੇ, ਉਹ ਅਭਿਮਨਿਊ ਚੱਕਰ ਵੀ ਉਹਦੇ ਵਿੱਚ ਫਸ ਗਏ ਨੇ। ਇਹਨਾਂ ਨੂੰ ਨਿਕਲਣਾ ਨਹੀਂ ਆ ਰਿਹਾ। ਹੁਣ ਸੁਰਾਂ ਵੱਖਰੀਆਂ ਨੇ ਇਹਨਾਂ ਦੀਆਂ, ਇਹੀ ਹਾਲ ਆ ਹੁਣ। ਅੱਜ ਜੇਕਰ ਉੱਥੇ ਸਟੇਜ ਤੇ ਜਾ ਕੇ ਅੱਜ ਮੋਰਚਾ ਲਾਉਂਦੇ ਨੇ, ਪਤਾ ਨਹੀਂ ਕੀ ਹਾਲ ਹੋਊਗਾ, ਆਪਾਂ ਕਿਉਂ ਮਾੜਾ ਸੋਚੀਏ, ਪਰ ਮੈਨੂੰ ਲੱਗਦਾ ਕਿ ਉਹ ਪਹਿਲਾਂ ਵਾਲੀ ਤੜੀ ਨਹੀਂ ਰਹਿਣੀ ਇਹਨਾਂ ਦੀ। ਕੀ ਕਹਿਣਾ ਚਾਹੋਗੇ? ਜਿਹੜੀ ਗੱਲ ਤੁਸੀਂ ਕਹੀ ਆ ਜੀ, ਠੀਕ ਤੁਸੀਂ ਕਿਹਾ, ਤੜੀ ਪਹਿਲਾਂ ਵਾਲੀ ਨਹੀਂ ਰਹਿਣੀ, ਪਹਿਲਾਂ ਵਾਲਾ ਰਾਜੇਵਾਲ ਦਾ ਸਤਿਕਾਰ ਨਹੀਂ ਰਹਿਣਾ। ਜਿਹੜੇ ਚੋਣ ਲੜਨ ਵਾਲੇ ਉਹ 10-12 ਜਥੇਬੰਦੀ ਰਹਿ ਗਈ ਆਉਣ ਵਾਲੀ ਜੀ। ਤੁਹਾਨੂੰ ਪਤਾ ਹੋਏਗਾ CPML ਜਿਹੜੀ CPIML, ਉਹਨਾਂ ਨੇ ਕਹਿ ਦਿੱਤਾ ਸੀ ਅਸੀਂ ਸੰਯੁਕਤ ਸਮਾਜ ਮੋਰਚੇ ਦੇ ਚੋਣ ਨਿਸ਼ਾਨ ਨਹੀਂ ਲੜਾਂਗੇ, ਅਸੀਂ ਆਪਣੇ ਚੋਣ ਨਿਸ਼ਾਨ ਤੇ ਲੜਾਂਗੇ, ਲੇਕਿਨ ਅਸੀਂ ਉਮੀਦਵਾਰ ਸੰਯੁਕਤ ਸਮਾਜ ਮੋਰਚੇ ਦੇ ਹੋਵਾਂਗੇ। ਤੇ ਰਾਜੇਵਾਲ ਨੇ ਟਰੱਜ ਤੈਅ ਸੀ ਵੀ ਕਿਵੇਂ ਹੋ ਸਕਦਾ। CPI ਨੇ ਇਹ ਗੱਲ ਕਹੀ ਸੀ ਕਿ ਅਸੀਂ ਆਪਣੇ ਚੋਣ ਨਿਸ਼ਾਨ ਤੇ ਲੜਾਂਗੇ। ਉਹਨਾਂ ਨੇ 23 ਉਮੀਦਵਾਰ ਖੜੇ ਕੀਤੇ ਆ ਬਕਾਇਦਾ ਤੌਰ ਤੇ ਆਪਣੇ ਦਾਤਰੀ ਸਿੱਕੇ ਦੇ ਚੋਣ ਨਿਸ਼ਾਨ ਤੇ, ਲੇਕਿਨ ਬੋਰਡ ਤੇ ਇਹੀ ਲਿਖਿਆ ਸੰਯੁਕਤ ਸਮਾਜ ਮੋਰਚਾ ਉਮੀਦਵਾਰ, ਕਿਉਂਕਿ ਕਿਸਾਨਾਂ ਦੀਆਂ ਵੋਟਾਂ ਲੈ ਸਕ। ਹੁਣ ਜਿਹੜੀ ਗੱਲ ਤੁਸੀਂ ਕਹੀ, ਤੁਹਾਡੀ ਗੱਲ ਦਰੁਸਤ ਆ ਵੀ ਲੋਕ ਸਵਾਲ ਪੁੱਛਣਗੇ ਇਹਨਾਂ ਨੂੰ, ਭਾਈ ਤੁਸੀਂ ਕਿੰਗ ਮੇਕਰ ਸੀਗੇ, ਕਿੰਗ ਮੇਕਰ। ਬਿਲਕੁਲ। ਤੇ ਤੁਸੀਂ ਕਿੰਗ ਬਣਦੇ ਕਿੰਗ ਮੇਕਰ ਦਾ ਰਤਬਾ ਵੀ ਆਪਣਾ ਜਿਹੜਾ ਖਾ ਬੈਠੇ। ਹੁਣ ਤੁਹਾਡੀ ਗੱਲ ਅਸੀਂ ਕਿਉਂ ਸੁਣੀਏ? ਬਿਲਕੁਲ। ਲੇਕਿਨ ਰਕੇਸ਼ ਟਕੈਤ ਹੋਰੀ ਅੱਜ ਫਿਰ ਡਟੇ ਵੀ ਯੂਪੀ ਦੇ ਵਿੱਚ, ਮੈਂ ਕਹਿੰਦਾ ਹੀਰੋ ਬਣ ਗਿਆ। ਉਹ ਬਾਕਾਇਦਾ ਤੇ ਇੰਟਰਵਿਊ ਦੇ ਰਿਹਾ ਤੇ ਉਹਨੂੰ ਲਾਮਬੰਦ ਕਰ ਰਿਹਾ ਜਥੇਬੰਦੀਆਂ ਨੂੰ। ਭਾਈ ਆਪਾਂ ਯੂਪੀ ਦੇ ਵਿੱਚ ਬਕਾਇਦਾ ਤੌਰ ਤੇ BJP ਨੂੰ ਨਹੀਂ ਜਿੱਤਣ ਦੇਣਾ। ਉਹਦੇ ਭਰਾ ਨਰੇਸ਼ ਟਕੈਤ ਨੇ ਇੱਕ ਬਿਆਨ ਦੇ ਦਿੱਤਾ ਸੀ ਵੀ ਭਾਈ ਇੱਥੇ ਅਸੀਂ ਸਮਾਜਵਾਦੀ ਪਾਰਟੀ ਦੀ ਮਦਦ ਕਰਾਂਗੇ, ਤੇ ਬਕਾਇਦਾ ਤੌਰ ਤੇ ਕੇਂਦਰ ਦਾ ਮੰਤਰੀ ਉਹਦੇ ਘਰ ਗਿਆ ਤੇ ਬਿਆਨ ਬਦਲ ਆਇਆ ਸੀਗਾ ਵੀ ਤੁਸੀਂ ਕਹਿ ਦਿਓ ਅਸੀਂ ਸਪੋਰਟ ਨਹੀਂ ਕਿਸੇ ਦੀ ਕਰਾਂਗੇ, ਲੇਕਿਨ ਕਿਸਾਨਾਂ ਨੂੰ ਵੇਰ ਕਰਦੇ ਆ ਵੀ ਉਹ ਉਮੀਦਵਾਰ ਨੂੰ ਵੋਟ ਪਾਓ ਜਿਹੜਾ ਕਿਸਾਨ ਪੱਖੀ ਹੈ। ਲੇਕਿਨ ਉਹਨੂੰ ਫਿਰ ਟਕੈਤ ਨੇ ਸੰਭਾਲਿਆ। ਉਹਨੇ ਕਿਹਾ ਨਹੀਂ, ਸਾਡੀ MSP ਦੀ ਮੰਗ ਅੱਜ ਵੀ ਪੈਂਡਿੰਗ ਆ, ਸਾਰੇ ਜਿਹੜੇ ਪਰਚੇ ਕੀਤੇ ਕਿਸਾਨਾਂ ਤੇ ਉਹ ਵੀ ਪੈਂਡਿੰਗ ਆ। ਲਖੀਮਪੁਰ ਦੇ ਵਿੱਚ ਜਿਹੜਾ ਉਹ ਮੰਤਰੀ ਸੀ ਉਹਦੀ ਛੁੱਟੀ ਨਹੀਂ ਕੀਤੀ ਗਈ, ਸਾਡੀ ਉਹ ਵੀ ਮੰਗ ਪੈਂਡਿੰਗ। ਬਿਲਕੁਲ ਅੜਿਆ ਤੇ ਹੈਗਾ ਨਾ ਯਾਰ, ਅਸੀਂ ਐਵੇਂ ਮੁੱਛਾਂ ਨੂੰ ਵੱਟ ਦੇ ਕੇ ਜਾਂਦੇ ਪੰਜਾਬੀਆਂ। ਉਹਦੇ ਇੱਕ ਅਥਰੂ ਨੇ ਇਹਨਾਂ ਦੇ 26 ਜਨਵਰੀ ਵਾਲੇ ਜੋ ਘਟਨਾ ਕਰਨ ਦੇ ਜਾਣ ਪਾਈ ਯਾਰ। ਜੋ ਕੱਢਣੀਆਂ ਗਾਲਾਂ ਕੱਢ ਲਓ YouTube ਤੇ, I don't care, ਜੋ ਤੁਸੀਂ ਨਿੰਦਣਾ ਨਿੰਦ ਲਓ। ਇੱਕ ਅਥਰੂ ਨੇ ਜਾਣ ਪਾਈ ਉਹਦੇ ਨੇ, ਅਗਲੇ ਰਾਤ ਨੂੰ ਲੈ ਕੇ ਟਾਰਚਾਂ ਨਿਕਲ ਆਏ। ਚਾਵਲਾ ਸਾਹਿਬ ਇਹ ਕੰਧ ਤੇ ਲਿਖਿਆ ਸੱਚ ਆ। 28 ਤਰੀਕ ਨੂੰ ਜੇ ਕਿਤੇ ਟਕੈਤ ਦੇ ਹੰਝੂ ਨਾ ਵਗਦੇ, ਉਹ ਸਮੁੰਦਰ ਨਾ ਬਣਦੇ ਤੇ ਭਾਜਪਾ ਨੂੰ ਰੋੜ ਕੇ ਨਾ ਲੈ ਜਾਂਦੇ ਤੇ ਮੋਰਚੇ ਸਾਰੇ ਖਤਮ ਕਰਨੇ ਸੀ ਸਰਕਾਰ ਨੂੰ। ਜਿਸ ਤਰੀਕੇ ਦੇ ਨਾਲ ਉੱਤਰ ਆਏ ਸੀ ਉਹ ਗੁੰਡਾਗਰਦੀ ਦੇ ਉੱਤੇ, ਮਤਲਬ ਉਹ ਜੋ ਵੀ ਉਹਨਾਂ ਦੇ ਜੋ ਜਿਸ ਤਰੀਕੇ ਦੇ ਨਾਲ ਹਾਲਾਤ ਬਣ ਗਏ ਸੀ। ਬਕਾਇਦਾ ਤੌਰ ਤੇ ਜਦੋਂ ਪਾਣੀ ਪੀਣ ਲਈ ਕਿਹਾ ਨਾ ਮੇਰੇ ਪਿੰਡੋਂ ਪਾਣੀ ਉਹ ਮੈਂ ਫੇਰ ਪੀਉ, ਪਾਣੀ ਨਹੀਂ ਪੀਣਾ ਜੋ ਮਰਜ਼ੀ। 3 ਵਜੇ ਤੱਕ ਰਾਤ ਦੇ 3 ਵਜੇ ਲੋਕਾਂ ਦਾ ਹੜ ਆ ਗਿਆ ਸੀ ਉੱਥੇ। ਭਾਜੀ ਜੋ ਮਰਜ਼ੀ ਹੋਵੇ, ਰਾਜਨੀਤੀ ਉੱਥੇ ਹੀ ਉਦੋਂ ਹੀ ਸ਼ੁਰੂ ਹੋ ਗਈ ਸੀ। ਇਹ ਬਿਆਨ ਛੋਟੇ ਨਹੀਂ ਹੁੰਦੇ ਕਿ ਮੈਂ ਪਿੰਡੋਂ ਪਾਣੀ ਪੀਊਂਗਾ ਤੇ ਪਿੰਡੋਂ ਪਾਣੀ ਆਊਗਾ, ਛੋਟੇ ਜਿਹੇ ਨਹੀਂ, ਬੜੀ ਸੋਚੀ। ਅਗਲੇ ਦੇ ਅਥਰੂ ਵਗੇ, ਭਾਵੁਕ ਹੋ ਕੇ ਵਗੇ। ਉੱਥੇ ਰਾਜਨੀਤੀ ਸਾਡਿਆਂ ਨੇ ਕੀ ਕੀਤਾ, ਮੋਰਚਾ ਫਤਿਹ ਕਰਕੇ ਅੱਜ ਮੋਰਚਾ ਜਿੰਨੀ ਤਰੀਕ ਤੱਕ ਅਸੀਂ ਕਰ ਲਾਂਗੇ ਜੀ, ਮੁੜ ਕੇ ਫੇਰ ਤੁਸੀਂ ਯਾਰ ਉਹਨਾਂ ਤੱਕ ਵੇਟ ਕਰ ਲਓ, ਅਗਲੀਆਂ ਚੋਣਾਂ ਲੜ ਲਿਓ। ਇਹਨਾਂ ਚੋਣਾਂ ਦੇ ਵਿੱਚ ਤੁਸੀਂ ਜੇ ਤੁਹਾਨੂੰ ਨਹੀਂ ਕੋਈ ਪਾਰਟੀ ਤੁਹਾਡਾ ਸਾਥ ਦਿੰਦੀ, ਅਗਲੀਆਂ ਚੋਣਾਂ ਲਈ ਵਿਉਂਤਬੰਦੀ ਕਰੋ, MP ਦੀਆਂ ਚੋਣਾਂ ਲਈ ਵਿਉਂਤਬੰਦੀ ਕਰ ਲਓ। ਤੁਸੀਂ ਪਿੰਡਾਂ ਦੀਆਂ ਪੰਚੀ ਸਰਪੰਚੀ ਦੀਆਂ ਚੋਣਾਂ ਦੀ ਵਿਉਂਤਬੰਦੀ ਕਰੋ। ਮੁੱਦਾ ਤਾਂ ਉੱਥੋਂ ਸ਼ੁਰੂ ਹੁੰਦਾ।
ਬੜੇ ਸਿਆਣੇ ਨੇ, ਪਰ ਮੈਂ ਲਫ਼ਜ਼ ਨਹੀਂ ਵਰਤਣਾ ਚਾਹੁੰਦਾ, ਮੇਰੀ ਜਾਚੇ ਤਾਂ ਬਹੁਤ ਜ਼ਿਆਦਾ ਮਤਲਬ ਨਖਿੱਧ ਸਾਬਤ ਹੋਏ ਨੇ ਜਿਸ ਤਰੀਕੇ ਨਾਲ ਇਹਨਾਂ ਲੋਕਾਂ ਨੂੰ ਕੈਸ਼ ਕੀਤਾ। ਹੁਣ ਪਤਾ ਨਹੀਂ ਕਿਹਦੇ ਨਾਲ ਅੰਦਰ ਖਾਤੇ ਕੀ ਸਮਝੌਤਾ ਆ, ਕਿੰਨੇ ਦਾ ਹੋਇਆ, ਕਿਵੇਂ ਹੋਇਆ। ਮੁੱਖ ਮੰਤਰੀ ਦਾ ਚਿਹਰਾ ਉਹ ਲਾਲਾ ਜੀ ਦੀ ਪਾਰਟੀ ਦਿੱਲੀ ਦੇ ਵਿੱਚ ਦੇ ਕੇ ਇੱਕ ਵਾਰੀ ਸਮਝੌਤਿਆਂ ਦੇ ਉੱਤੇ, ਮੁੜ ਕੇ ਸਾਡੇ ਸਮਝੌਤੇ ਨਹੀਂ ਹੋਏ ਜੀ, ਟਿਕਟਾਂ ਵੇਚੀਆਂ ਜੀ, ਬਲਾ 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 ਬਲਾ। ਮੇਰੇ ਖਿਆਲ ਦੇ ਸਾਡੇ ਨਾਲ ਕੋਈ ਕਾਲਰ ਨੇ WhatsApp ਤੇ, ਮੈਂ ਦੇਖਣਾ ਚਾਹੁੰਦਾ ਜੀ। ਵੈਲਕਮ ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ। ਮੈਂ ਕਿਹਾ ਮੈਂ ਤੇ ਇਹੀ ਕਹਿਣਾ ਸੀ, ਇਹ ਜਿਹੜਾ ਕਿਸਾਨਾਂ ਨੇ ਬਿਨਾਂ ਕਿਸੇ ਵੀ ਮੰਗ ਤੋਂ ਉੱਥੋਂ ਜਿਹੜਾ ਉੱਠ ਕੇ ਆ ਕੇ ਤੇ ਪੰਜਾਬ 'ਚ ਚੋਣਾਂ ਲੜਨ ਵਾਲੀ ਗਲਤੀ ਕੀਤੀ ਆ, ਮੇਰੇ ਹਿਸਾਬ ਨਾਲ ਤੇ ਇਹਨਾਂ ਨੂੰ ਕੋਈ ਏਡੀਆਂ ਵੋਟਾਂ ਨਹੀਂ ਪੈਣੀਆਂ। ਸੋ ਇਸ ਕਰਕੇ ਥੋੜਾ ਜਿਹਾ। ਹਾਂਜੀ, ਇੰਗਲੈਂਡ ਤੋਂ ਬੋਲਦੇ ਜੀ। ਪਾਟੀ ਸਾਹਿਬ ਇੰਗਲੈਂਡ ਤੋਂ ਨੇ ਕਾਲਰ, ਤੁਸੀਂ ਸੁਣ ਰਹੇ ਹੋ ਉਹਨਾਂ ਦੀ ਆਵਾਜ਼ ਨੂੰ? ਸੁਣ। ਹਾਂਜੀ ਵੀਰ ਜੀ, ਤੁਸੀਂ ਹੁਣ ਆਫ ਦੀ ਏਅਰ ਸੁਣ ਲਓ, ਠੀਕ ਹੈ? ਓਕੇ। ਹਾਂਜੀ ਹਾਂਜੀ, WhatsApp ਤੇ ਅਸੀਂ ਇਸ ਕਰਕੇ ਕਾਲ ਹੀ ਲੈਂਦੇ ਕਿਉਂਕਿ ਪੱਟੀ ਸਾਹਿਬ ਨੂੰ ਕਾਲ ਸਾਡੇ ਜਿਹੜੇ ਮਹਿਮਾਨ ਨੇ ਉਹਨਾਂ ਨੂੰ ਸੁਣ ਲੈਣੀ ਹੈ, ਪਰ ਜਿਹੜੇ WhatsApp ਤੇ ਕਾਲਰ ਨੇ ਉਹਨਾਂ ਨੂੰ ਪੱਟੀ ਸਾਹਿਬ ਦੀ ਆਵਾਜ਼ ਨਹੀਂ ਸੁਣਨੀ, ਉਹਨਾਂ ਨੂੰ ਆਫ ਦੀ ਏਅਰ ਸੁਣਨੀ ਪਊਗੀ। ਹਾਂਜੀ ਪੱਟੀ ਸਾਹਿਬ, ਜਿਹੜੀ ਗੱਲ ਉਹਨਾਂ ਨੇ ਕਹੀ ਆ ਬਿਲਕੁਲ ਦਰੁਸਤ ਕਹੀ ਹੈ। ਪਹਿਲੇ ਦਿਨ ਇਸੇ ਮੰਚ ਤੇ ਅਸੀਂ ਕਹਿੰਦੇ ਰਹੇ ਆ ਵੀ ਇਹ ਜਿਹੜੀ 32 ਜਥੇਬੰਦੀਆਂ ਇਹ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਕਿਸਾਨ ਨੇ, ਇਹ ਇੱਕ ਮੰਚ ਤੇ ਇਕੱਠੇ ਹੋ ਕੇ ਚੋਣਾਂ ਨਹੀਂ ਲੜ ਸਕਦੇ। ਜੇ ਕਿਤੇ ਇੱਕ ਮੰਚ ਤੇ 32 ਦੀਆਂ 32 ਕਿਸਾਨ ਜਥੇਬੰਦੀਆਂ ਹੋ ਕੇ ਚੋਣਾਂ ਲੜਦੀਆਂ ਤੇ ਅੱਜ ਇਹਨਾਂ ਦੀ ਸਰਕਾਰ ਨੂੰ ਥੀਹਾ ਦਿੱਤੀ, ਸਾਡੇ ਸਰਕਾਰ ਬਣ ਗਈ ਕਿਸਾਨ ਮੋਰਚੇ। ਲੇਕਿਨ ਪਤਾ ਹੀ ਸੀ ਇਸ ਗੱਲ ਦਾ ਵੀ ਇਹਨਾਂ ਇਕੱਠੇ ਨਹੀਂ ਰਹਿਣਾ, ਕਿਉਂਕਿ ਕੋਈ ਪਾਰਟੀ ਜਿਹੜੀ ਉਹ ਅਕਾਲੀ ਦਲ ਨੂੰ ਆ, ਕੋਈ ਕਮਿਊਨਿਸਟਾਂ ਨੂੰ ਆ, ਕੋਈ ਕਾਂਗਰਸ, ਸਾਰਿਆਂ ਨੂੰ ਸਪੋਰਟ। ਬਿਲਕੁਲ ਬਿਲਕੁਲ ਬਿਲਕੁਲ। ਪੰਜਾਬ ਦੀ ਤਰਾਸ਼ਦੀ ਕੀ ਆ ਪੱਟੀ ਸਾਹਿਬ? ਦਰਬਾਰ ਸਾਹਿਬ ਤੇ ਅਟੈਕ ਹੋਇਆ, ਦਰਬਾਰ ਸਾਹਿਬ ਤੇ ਅਟੈਕ ਹੋਇਆ 1984 ਦੇ ਵਿੱਚ, ਜੋ ਕੁਝ ਹੋਇਆ ਉਹ ਕਾਂਗਰਸ ਦੇ ਰਾਜ ਦੇ ਵਿੱਚ ਹੋਇਆ, ਠੀਕ ਹੈ? ਮਤਲਬ ਦਰਬਾਰਾ ਸਿੰਘ ਦੂਜਾ ਤੀਜਾ ਮੁੱਖ ਮੰਤਰੀ ਬਲਾ ਬਲਾ ਬਲਾ, ਪਰ ਅੰਦਰ ਖਾਤੇ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਕੱਢ ਕੇ ਵੇਖ ਲਓ। ਮੇਰੇ ਨਾਲ ਬੈਟਰ ਤੁਸੀਂ ਜਾਣਦੇ ਹੋ ਉਸ ਰਾਜ ਦੇ ਵਿੱਚ ਕਿੰਨੇ ਕਤਲ ਹੋਏ ਨੇ, ਕਿੰਨੇ ਨੌਜਵਾਨ ਸ਼ਹੀਦ ਹੋਏ ਨੇ। ਉਹਨਾਂ ਨੂੰ ਫੀਤੀਆਂ ਦਿਵਾਉਣ ਵਾਲਾ ਕਿਹੜਾ 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 ਮਹਿਕਮਾ, ਕਿਹੜੀ ਪਾਰਟੀ ਆ? ਹਾਂਜੀ, ਉਹਨਾਂ ਨੂੰ ਸੇਵ ਕਰਨ ਵਾਲਾ ਕਿਹੜੀ ਪਾਰਟੀ ਆ? ਹਨਾ, ਪੰਜਾਬ ਦੀ ਤਰਾਸ਼ਦੀ ਇਹ ਆ ਕਿ ਪਹਿਲਾਂ ਤਾਂ ਸੁਰ ਗਾਈ ਕਾਲੀਆਂ ਨੇ, ਸੁਰ ਜਿਹੜੀ ਸੀਗੀ ਉਹ ਬੀਜੇਪੀ ਨਾਲ ਰਲਾਈ ਵੀ। ਅੱਜ ਮੈਂ ਨਹੀਂ ਕਹਿੰਦਾ, ਅਖਬਾਰਾਂ ਬੋਲਦੀਆਂ ਤਾਂ ਸ਼ਰੇਆਮ ਬਿਆਨ ਬੋਲਦੇ ਨੇ ਕਿ ਜੀ ਬਿੱਲ ਬਹੁਤ ਵਧੀਆ ਕਿਸਾਨਾਂ ਦੇ ਇੱਕ ਵਿੱਚ। ਵੱਡੇ ਬਾਦਲ ਸਾਹਿਬ ਨੇ ਕਿਹਾ, ਪੰਥ ਰਤਨ ਨੇ ਕਿਹਾ, ਸੁਖਬੀਰ ਸਿੰਘ ਬਾਦਲ ਨੇ ਕਿਹਾ, ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ, ਸਾਰਿਆਂ ਨੇ ਕਿਹਾ, ਪਾਰਟੀ ਦੇ ਵਰਕਰਾਂ ਨੇ। ਬਹੁਤ ਵਧੀਆ ਜੀ, ਕਿਸਾਨ ਤੇ ਐਵੇਂ ਬਹੁਤ ਵਧੀਆ। ਉਦੋਂ ਬਾਅਦ ਪਤਾ ਲੱਗਾ ਵੀ ਇਹ ਮਤਲਬ ਸਾਡੇ ਤੇ ਧਰਾਤਲ ਤੋਂ ਜ਼ਮੀਨ ਖਿਸਕਦੀ ਜਾ ਰਹੀ ਹੈ। ਯੂ ਟਰਨ ਮਾਰਿਆ ਨਹੀਂ ਮਾਰਿਆ ਅਜੇ ਸਾਨੂੰ ਤੇ ਅਜੇ ਵੀ ਸ਼ੱਕ ਆ, ਕਿਉਂਕਿ ਅਸੀਂ ਦਿੱਲੀ ਵਾਲੀਆਂ ਚੋਣਾਂ ਨੂੰ ਵੇਖਦੇ, ਉਹਦੀ ਗੱਲ ਕਰਾਂਗੇ। ਉਦੋਂ ਬਾਅਦ ਕੀ ਹੁੰਦਾ ਕਿ ਕਾਂਗਰਸ ਤੇ ਆ ਗਈ ਹਾਸ਼ੀਏ ਤੇ ਵੀ ਇਹ ਸਿੱਖਾਂ ਦੀ ਦੁਸ਼ਮਣ ਜਮਾਤ ਆ, ਇਹ ਪ੍ਰਚਾਰਿਆ ਜਾ ਰਿਹਾ, ਪਰ ਅੰਦਰ ਖਾਤੇ ਘੁਣ ਕਿਹੜੀ ਲੱਗੀ ਆ ਉਹ ਪਤਾ ਹੀ ਕੋਈ ਨਹੀਂ, ਪਛਾਣ ਹੀ ਨਹੀਂ ਕਰ ਰਹੇ। ਆ ਗਈ ਬੀਜੇਪੀ ਇਸ ਕਰਕੇ ਕਟਹਿਰੇ ਦੇ ਵਿੱਚ ਆ ਕਿਉਂਕਿ ਉਹਨਾਂ ਨੇ ਇਹ ਬਿੱਲ ਲਿਆਂਦਾ, ਉਹਨਾਂ ਨੇ ਵਾਪਸ ਵੀ ਕਰ ਲਿਆ। ਜੋ ਕੁਝ ਵੀ ਹੋਇਆ ਉਹਦੇ ਬਾਵਜੂਦ ਵੀ ਸੁਰ ਨਹੀਂ ਰਲ ਰਹੀ ਉੱਥੇ। ਆਮ ਆਦਮੀ ਪਾਰਟੀ ਦੇ ਨਾਲ ਇੱਕ ਕਿਸਾਨਾਂ ਨੇ ਗੱਠਜੋੜ ਅੰਦਰ ਖਾਤੇ ਕਰਨ ਦੀ ਕੋਸ਼ਿਸ਼ ਕੀਤੀ, ਰਾਜਵਾਨ ਨੂੰ ਮੇਰਾ ਉਹ ਮੁੱਖ ਮੰਤਰੀ ਦਾ ਚਿਹਰਾ, ਖਬਰਾਂ ਛਪੜੀਆਂ, ਪਰ ਫਿਰ ਸਹਿਮਤੀ ਨਾ ਬਣਨੀ ਇੱਕ ਬਹੁਤ ਵੱਡੀ ਤਰਾਸਦੀ ਹੈ। ਅੱਜ ਜੋ ਕਿਸਾਨਾਂ ਦੀ ਸਥਿਤੀ ਆ ਨਾ, ਅੱਜ ਬਹੁਤ ਜ਼ਿਆਦਾ ਗੰਭੀਰ ਹੈ। ਹਾਂਜੀ ਚਾਵਲਾ ਸਾਹਿਬ, ਜਿਹੜੀ ਗੱਲ ਤੁਸੀਂ ਵੀ ਸਹਿਮਤੀ ਨਹੀਂ ਬਣਨੀ, ਜਦੋਂ ਇਹਨਾਂ ਦੀ ਮੀਟਿੰਗ ਹੋਈ ਹੈ ਤੇ ਉਦੋਂ 90 ਸੀਟਾਂ ਬਕਾਇਦਾ ਤੌਰ ਤੇ ਐਲਾਨ ਦਿੱਤੀਆਂ ਗਈਆਂ ਜੀ। 27 ਸੀਟਾਂ ਪੈਂਡਿੰਗ ਰਹੀ ਸੀ, ਜਿਹਦੇ ਵਿੱਚ ਉਹਨਾਂ ਕਿਹਾ ਸੀ 10 ਲੈ ਲਓ, 15 ਲੈ ਲਓ, 20 ਵੀ ਦੇਣ ਵਾਸਤੇ ਤਿਆਰ ਸੀ ਸੰਯੁਕਤ ਕਿਸਾਨ ਮੋਰਚਾ। ਲੇਕਿਨ ਜਦੋਂ ਬਕਾਇਦਾ ਤੌਰ ਤੇ ਚੰਡੀਗੜ੍ਹ 'ਚ ਚੋਣ ਹੁੰਦੀ ਆ ਨਗਰ ਨਿਗਮ ਦੀ, ਉਹਦੇ ਵਿੱਚੋਂ 35 ਸੀਟਾਂ 'ਚੋਂ ਜਦੋਂ 14 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਵੱਡੀ ਪਾਰਟੀ ਬਣਦੀ ਤੇ ਫਿਰ ਦਿਮਾਗ ਖਰਾਬ ਹੋ ਗਿਆ ਜੀ। ਫਿਰ ਕਹਿੰਦੇ 2 ਲੈ ਲਓ ਜੀ, 4 ਲੈ ਲਓ ਜੀ, 5 ਲੈ ਲਓ। ਫਿਰ ਕਿਸਾਨਾਂ ਨੇ ਕਿਹਾ ਤੁਸੀਂ ਆਪਣੇ ਘਰ ਰਾਜੀ, ਤੁਸੀਂ ਆਪਣੇ ਘਰ ਰਾਜੀ। ਤੇ ਰਾਜੇਵਾਲ ਸਿੰਘ ਨਾਲ ਕਹਿ ਦਿੱਤਾ ਉੱਥੇ ਕੇਜਰੀਵਾਲ ਨੂੰ ਵੀ ਇਹ ਮਤ ਸਮਝੋ ਵੀ ਇਹ ਤੁਹਾਡੀ ਜਿੱਤ ਆ, ਇਹ ਕਿਸਾਨ ਮੋਰਚੇ ਦੀ ਜਿੱਤ ਆ। ਚੰਡੀਗੜ੍ਹ ਵਿੱਚ ਲੋਕ ਸੜਕਾਂ ਤੇ ਆ ਕੇ ਬੈਠੇ ਰਹੇ ਨੇ,
ਇਸ ਕਰਕੇ ਨਾ ਸਮਝੋ ਵੀ ਕਾਂਗਰਸ ਨੂੰ ਤੇ ਬੀਜੇਪੀ ਨੂੰ ਵਿਸਾਰ ਕੇ ਤੁਹਾਨੂੰ ਕੀਤਾ, ਉਹ ਕਿਸਾਨ ਮੋਰਚੇ ਜਿੱਤਦਾ, ਪਰ ਉਹਦਾ ਦਿਮਾਗ ਖਰਾਬ ਸੀਗਾ। ਜੀ 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 ਜੀ। ਵੇਖੋ ਜੀ, ਅਸੀਂ ਤੇ ਵੱਡੀ ਪਾਰਟੀ ਬਣ ਕੇ ਚੰਡੀਗੜ੍ਹ ਤੇ ਪੰਜਾਬ 'ਚ ਸਾਡੀ ਸਰਕਾਰ ਬਣੀ ਅਸੀਂ ਕਹਿੰਦੇ ਸੀ ਤਾਂ ਕਿਉਂ ਕਰੀਏ। ਲਗੁੱਤਮ ਗਲਤ ਹੋ ਗਿਆ ਉਹਨਾਂ ਦਾ। ਚਲੋ ਗੁੱਤਮ ਗਲਤ ਹੋ ਗਿਆ, ਜਮਾ ਘਟਾਓ ਗਲਤ ਹੋ ਗਿਆ। ਤੁਹਾਨੂੰ ਪਤਾ ਫਿਰ ਲਾਲਾ ਜੀ ਹੈ ਨਾ, ਕਿਤੇ ਕਿਤੇ ਕਹਿੰਦੇ ਹੁੰਦੇ ਹਿਸਾਬ ਨਾਲ ਗਰਮੀ ਗੜਬੜ ਖਾ ਜਾਂਦੇ ਆ। ਹੁਣ ਉਹਨਾਂ ਨੇ ਕੋਸ਼ਿਸ਼ ਕੀਤੀ, ਕਿੰਨੀ ਕੋਸ਼ਿਸ਼ ਕੀਤੀ, ਕੋਈ ਚੰਗਾ ਉਮੀਦਵਾਰ ਮਿਲ ਜਾਏ ਜਿਹਨੂੰ ਅਸੀਂ ਆਪਣਾ ਮੁੱਖ ਮੰਤਰੀ ਦਾ ਉਮੀਦਵਾਰ ਖੜਾ ਕਰ ਸਕੀਏ, ਸਿੱਧੂ ਖੜਾ ਕਰ ਸਕੀਏ, ਬਕਾਇਦਾ ਤੌਰ ਤੇ ਰਾਜੇਵਾਲ ਨੂੰ ਕਹਿ ਸਕੀਏ। ਹੋਰ ਵੀ ਕਈ ਆਸ ਕੀਤੀ, ਜਦੋਂ ਨਹੀਂ ਆਏ ਤੇ ਅਖੀਰ ਦੇ ਉੱਤੇ ਫਿਰ ਭਗਵੰਤ ਮਾਨ ਨੂੰ ਲਾਣਾ ਪਿਆ ਵੀ ਭਾਈ ਤੂੰ ਸਾਡਾ ਮੁੱਖ ਮੰਤਰੀ। ਅੱਛਾ, ਮੁੱਖ ਮੰਤਰੀ ਚਿਹਰਾ ਲਾਣ ਤੋਂ ਬਾਅਦ ਕੀ ਆਮ ਆਦਮੀ ਪਾਰਟੀ ਦਾ ਕੱਦ ਵਧਿਆ ਵਾ? ਕੋਈ ਵਧਿਆ ਨਹੀਂ ਜੀ, ਕੱਦ ਕੁੱਦ ਤੇ ਕੀ ਵਧਣਾ ਜੀ। ਜਿਹੜੀ ਹਾਲਾਤ ਤੇ ਅੱਜ ਵੀ ਇਹਨਾਂ ਨੂੰ ਇਸ ਗੱਲ ਦਾ ਹੰਕਾਰ ਆ। ਪਿਛਲੀ ਵਾਰੀ ਕਹਿੰਦੇ ਸੀ ਜੀ 100 ਸੀਟਾਂ ਜਿੱਤਾਂਗੇ, ਤੇ ਮੁੜ ਕੇ 107 ਤੇ ਆ ਗਏ ਸੀ। 107 ਦੇ ਵਿੱਚੋਂ 20 ਜਿੱਤੇ ਸੀ। ਅੱਜ ਕਹਿੰਦੇ ਅਸੀਂ 50 ਸੀਟਾਂ ਜਿੱਤਾਂਗੇ, ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਕੋਈ ਜਿੱਤਾਂਗੇ। ਮੈਨੂੰ ਤਾਂ ਪਤਾ ਲੱਗਾ ਕਿ 117 ਦੇ 17 ਭਦੌੜ ਦੇ ਵਿੱਚ ਚੰਨੀ ਨੂੰ ਖੜਨ ਦਾ ਮਤਲਬ ਕੀ ਹੈ? ਮਾਲਵੇ ਦੇ ਵਿੱਚ ਇੱਕ ਖਲਾਅ ਪੈਦਾ ਹੋ ਗਿਆ ਸੀਗਾ। ਖਲਾਅ ਕਦਾ ਪੈਦਾ ਹੋ ਗਿਆ ਸੀਗਾ? ਪਿਛਲੀ ਵਾਰੀ 20 ਸੀਟਾਂ ਜਿੱਤੀਆਂ ਸੀ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ, ਤੇ 10 ਸੀਟਾਂ ਰਿਜ਼ਰਵ ਹਲਕੇ ਤੋਂ ਹੋਈਆਂ ਸੀ। ਉਹ ਖਲਾਅ ਪੈਦਾ ਹੋਣ ਕਰਕੇ ਉਹਨਾਂ ਕਿਹਾ ਵੀ ਸਾਡੇ ਕੋਲ ਤਾਂ ਬੰਦਾ ਹੀ ਕੋਈ ਨਹੀਂ ਹੈਗਾ ਜਿਹੜਾ ਚੋਣ ਲੜ ਸਕੇ। ਤੇ ਬਕਾਇਦਾ ਤੌਰ ਤੇ ਪੂਰਾ, ਜਿਹੜੀ ਤੁਸੀਂ ਗੁੱਤਮ ਦੀ ਗੱਲ ਕੀਤੀ, ਜਮਾ ਘਟਾਓ ਕੀਤਾ ਗਿਆ। ਉੱਥੇ ਰਾਜੀਵ ਗਾਂਧੀ, ਰਾਹੁਲ ਗਾਂਧੀ ਬੈਠਾ, ਉੱਥੇ ਅੰਬਿਕਾ ਸੋਨੀ ਬੈਠੀ, ਉੱਥੇ ਇਹਨਾਂ ਦੇ ਸਿਆਸੀ ਮਾਹਿਰ ਬੈਠੇ। ਉਹਨਾਂ ਨੇ ਫਿਰ ਕਿਹਾ ਕਿ ਜੇ ਕਿਤੇ ਤੁਸੀਂ ਬਕਾਇਦਾ ਤੌਰ ਤੇ ਚੰਨੀ ਨੂੰ ਚੋਣ ਲੜਾ ਦਿਓ ਨਾ ਮਾਲਵੇ ਦੇ ਵਿੱਚੋਂ, ਉਹਦੇ ਨਾਲ ਇੱਕ ਸੀਟ ਦੇ 4-5 ਸੀਟਾਂ ਤੁਹਾਡੀਆਂ ਹੋਰ ਕਵਰ ਆਪਣੇ ਆਪ ਹੋ ਜਾਣਗੀਆਂ। ਹੁਣ ਪਿੱਟਣ ਜੋੜੇ ਆਮ ਆਦਮੀ ਪਾਰਟੀ ਵਾਲੇ। ਭਦੌੜ ਹਲਕਾ ਸੰਗਰੂਰ ਲੋਕ ਸਭਾ ਹਲਕੇ ਦੀ ਇੱਕ ਵਿਧਾਨ ਸਭਾ ਹਲਕਾ ਵਾ, ਧੂਰੀ ਦੇ ਨਾਲ ਲੱਗਦਾ ਵਾ, ਜਿਹਦੇ ਕਰਕੇ ਕਈ ਜਾਂਦੇ ਜੀ ਵੇਖੋ ਜੀ ਚਮਕੌਰ ਸਿੰਘ ਤੋਂ ਹਰੇਗਾ, ਇੱਥੋਂ ਵੀ ਹਰੇਗਾ, ਹਰਨਾ ਜਿੱਤਣਾ ਬਾਅਦ ਦੀ ਗੱਲ ਹੈ। ਲੇਕਿਨ ਜਿਹੜਾ ਉਹਨਾਂ ਨੇ ਜਮਾ ਘਟਾਓ ਕੀਤਾ ਇੱਕ ਕਮਾਂਡ ਨੇ, ਉਹਨਾਂ ਨੇ ਸਿੱਧ ਇਸ ਕਰਕੇ ਕੀਤਾ ਕਿ ਇਹ ਖਿਲਾਫ ਪੈਦਾ ਹੋਏ। ਸਾਡੇ ਕੋਲ ਇਹੋ ਜਿਹਾ ਕੋਈ ਉਮੀਦਵਾਰ ਜਿਹੜਾ ਗਲਤ ਨਹੀਂ ਸੀਗਾ, ਜਿਹੜਾ ਬਾਕੀਆਂ ਨੂੰ ਬੁੱਕਲ ਚ ਲੈ ਸਕੇ। ਤਾਂ ਉਹਨਾਂ ਕਿਹਾ ਵੀ ਮੁੱਖ ਮੰਤਰੀ ਜਿਹੜਾ ਉਮੀਦਵਾਰ ਉਸ ਨੂੰ ਕਿਉਂ ਵੀ ਕੋਈ ਇੱਥੋਂ ਇਲੈਕਸ਼ਨ ਲੜ ਜੀ, ਐਵੇਂ ਨਹੀਂ ਭੇਜਿਆ ਉਹਨੂੰ। ਉਹਦੇ ਮਗਰ ਕਾਰਨ ਹੈਗੇ ਨੇ ਕਈ। ਔਰ ਤੁਹਾਨੂੰ ਇਸ ਪਤਾ ਹੋਏਗਾ ਪਿਰਮਲ ਸਿੰਘ ਖਾਲਸਾ ਪਿਛਲੀ ਵੀ ਇੱਥੇ ਜਿੱਤੇ ਸੀ ਆਮ ਆਦਮੀ ਪਾਰਟੀ ਦੇ, ਉਸ ਤੋਂ ਪਹਿਲਾਂ ਕਾਂਗਰਸ ਜਿੱਤੇ ਸੀ। ਤੇ ਆਮ ਤੌਰ ਤੇ ਜ਼ਿਆਦਾ ਸਮਾਂ ਜੇ ਆਪਾਂ ਗੱਲ ਕਰੀਏ ਤੇ ਬਕਾਇਦਾ ਤੌਰ ਤੇ ਇਸ ਹਲਕੇ ਤੋਂ ਜਿਹੜੀ ਆ ਉਹ ਆਮ ਤੌਰ ਤੇ ਕਾਲੀ ਕਾਬਜ਼ ਹੁੰਦੇ ਰਹੇ ਨੇ। ਪਿਰਮਲ ਸਿੰਘ ਖਾਲਸਾ ਨੂੰ 97,095 ਵੋਟਾਂ ਮਿਲੀਆਂ ਸੀ, ਤੇ ਸੰਤ ਬਲਬੀਰ ਸਿੰਘ ਘੁਨਸ ਜਿਹੜਾ ਅਕਾਲੀ ਦਲ ਦਾ ਉਮੀਦਵਾਰ ਸੀ ਉਹਨੂੰ 36,311 ਵੋਟਾਂ ਮਿਲੀਆਂ ਸੀ, ਤੇ 20,784 ਵੋਟਾਂ ਤੇ ਪਿਰਮਲ ਸਿੰਘ ਖਾਲਸਾ ਜਿੱਤਿਆ ਸੀਗਾ ਜੀ। ਤੇ ਕਾਂਗਰਸ ਦੂਜੇ ਨੰਬਰ ਤੇ ਸੀ ਉੱਥੇ ਉਸ ਟਾਈਮ ਦੇ ਉੱਤੇ। ਜਿਹੜਾ ਜੋਗਿੰਦਰ ਸਿੰਘ ਸੀ ਇਹਨਾਂ ਦਾ ਉਮੀਦਵਾਰ, ਉਹਨੂੰ 26,615 ਵੋਟਾਂ ਮਿਲੀਆਂ ਸੀ। ਇਸ ਕਰਕੇ ਉਹ ਖਲਾਅ ਜਿਹੜਾ ਇੱਕ ਪਿਆ ਸੀਗਾ ਉਹਨੂੰ ਭਰਨ ਵਾਸਤੇ ਜਿਹੜਾ ਸੀ ਚੰਨੀ ਨੂੰ ਭੇਜਿਆ ਗਿਆ। ਤੇ ਆਮ ਆਦਮੀ ਪਿੱਛੇ ਨਹੀਂ ਹੋਣੀ ਵੀ ਇਹ ਬੰਦਾ ਇੱਥੇ ਆ ਗਿਆ ਤੇ ਸਾਡੀਆਂ ਸੀਟਾਂ ਹੋਰ ਵੀ ਖਰਾਬ ਕਰਨੀਆਂ ਜੀ। ਲਓ ਜੀ, ਕੈਪਟਨ ਅਮਰਿੰਦਰ ਨੇ ਕੀਤੇ ਵਿਰੋਧੀਆਂ ਦੇ ਸ਼ਬਦੀ ਬਾਹਰ, ਤੇ ਫਰਜ਼ ਬਣਦਾ ਇਹ ਕਰਨਾ। ਸਵਾਲ ਬੜਾ ਅਹਿਮ ਜਿਹਾ, ਚਲੋ ਮੈਂ ਅਗਲੇ ਹਿੱਸੇ ਕਰਦਾ। ਕੌਲਾਂ ਨੇ ਮੇਰੇ ਨਾਲ ਪਟੀ ਸਾਹਿਬ ਪਿੱਕਾਪੂ ਜਾਣਦੇ ਹੋ? ਪਿੱਕਾਪੂ ਜੀ ਜੀ ਜਾਣਦੇ ਹੋ? ਦੱਸੋ ਜੀ। ਪਿੱਕਪੂ ਉਹ ਜਾਨਵਰਾਂ ਨਾਲ ਕਰਦੇ ਪਿੱਕਪੂ ਜੀ 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 ਜੀ। ਦਿੱਲੀ ਚੱਲਦੇ ਆ ਪਿੱਕਪੂ ਕਰਨ। ਚਲੋ ਜੀ ਦਿੱਲੀ ਚਲੋ। ਹਰਮੀਤ ਸਿੰਘ ਕਾਲਕਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਤੋਂ ਅਸਤੀਫਾ ਦਿੱਤਾ। ਯਾਰ ਤੇਰੀ ਧਰਮ ਪਤਨੀ ਭਾਜਪਾ ਦੇ ਵਿੱਚ ਹੈ, ਸ਼ਰੇਆਮ ਤੁਸੀਂ ਇੱਕ ਘਰ ਦੇ ਵਿੱਚ ਦੋ ਉਹ ਵੀ ਇੱਕੋ ਜਿਹੇ ਹਨਾ, ਤੁਹਾਡਾ 9 ਮਾਸ ਦਾ ਰਿਸ਼ਤਾ। ਹੁਣ ਉਹ ਦੱਸਣਾ ਚਾਹੁੰਦੇ ਆ ਅਕਾਲੀ ਦਲ ਨੂੰ ਕਿ ਅਸੀਂ ਅਜੇ ਪਿੱਕਪੂ ਸਾਡਾ ਖਿਆਲ ਨਾ ਰੱਖਿਆ, ਪ੍ਰਧਾਨ ਤੁਹਾਨੂੰ ਬਣਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੇ, ਤੇ ਤੁਸੀਂ ਸਿੱਧਾ ਜਾ ਕੇ ਅਸਤੀਫਾ ਜਾਓ। ਭਾਜਪਾ ਜਾਣਾ ਤੁਹਾਡਾ ਪਤਾ, ਅੱਜ ਨਹੀਂ ਤੇ ਕੱਲ ਜਾਣਾ। ਤੁਸੀਂ ਹੋਰ ਕੀ ਚਾਹੁੰਦੇ ਹੋ? ਤੁਸੀਂ
ਹਾਂਜੀ ਇਹਨੂੰ ਕਹਿੰਦੇ ਪਿੱਕਾਪੂ। 22 ਜਨਵਰੀ ਨੂੰ ਬਕਾਇਦਾ ਤੌਰ ਤੇ ਜਦੋਂ ਚੋਣ ਹੋਈ ਆ ਪੁਲਿਸ ਦੇ ਡੰਡੇ ਨਾਲ, ਈਵਨ ਇੱਥੋਂ ਤੱਕ ਜਿਹੜਾ ਵਿਰੋਧੀ ਧਿਰ ਦਾ ਕੈਂਡੀਡੇਟ ਸੀ ਪ੍ਰਧਾਨਗੀ ਦਾ, ਉਹਨੂੰ ਵੀ ਵੋਟ ਨਹੀਂ ਪਾਉਣ ਦਿੱਤੀ ਤੁਸੀਂ। ਗੁੰਡਾਗਰਦੀ ਤੇ ਹੋਰ ਕੀ ਹੈ। ਬਕਾਇਦਾ ਤੌਰ ਤੇ ਹਰਮੀਤ ਸਿੰਘ ਕਾਲਕੇ ਨੂੰ ਇੰਨੀ ਗੱਲ ਕਹੀ ਕਿ ਤੈਨੂੰ ਅਸੀਂ ਪ੍ਰਧਾਨ ਬਣਾ ਦੇਣੇ, ਤੂੰ ਬੀਜੇਪੀ ਜੁਆਇਨ ਕਰਨ ਦਾ ਐਲਾਨ ਕਰਦੇ। ਉਹਨੇ ਕਿਹਾ ਵੀ ਇਸ ਵੇਲੇ ਮੈਂ ਜੇ ਐਲਾਨ ਕੀਤਾ ਤੇ ਰੌਲਾ ਪਊਗਾ, ਸਾਡੇ ਮੈਂਬਰ ਵੀ ਕਈ ਵਿਗੜ ਸਕਦੇ ਆ, ਮੁਸ਼ਕਲ ਹੋ ਜੀ, ਸਮਾਂ ਦੇ ਦਿਓ, ਪ੍ਰਧਾਨ ਬਣਾ ਦਿਓ, ਮੈਂ ਬੀਜੇਪੀ ਜੁਆਇਨ ਕਰ ਦੂੰ। ਹੁਣ ਉਹਨੇ ਕੀ ਕੀਤਾ, ਪਹਿਲੇ ਹਿੱਸੇ ਦੇ ਵਿੱਚ ਬਕਾਇਦਾ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ, ਬਾਦਲ ਦਲ ਦਿੱਲੀ ਇਕਾਈ ਦਾ ਪ੍ਰਧਾਨ ਸੀ, ਉਹਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਵੀ ਮੈਂ 2 ਜ਼ਿੰਮੇਵਾਰੀਆਂ ਇਕੱਠੀਆਂ ਸੰਭਾਲ ਨਹੀਂ ਸਕਦਾ। ਭਾਈ ਸਾਹਿਬ ਜੀ ਮਨਜੀਤ ਸਿੰਘ ਜੀ ਕੇ ਲੰਮਾ ਸਾਰਾ ਪ੍ਰਧਾਨ ਵੀ ਰਿਹਾ, ਤੁਹਾਡਾ ਸਰਸਾ ਚਾਰ ਸਵਾਲ ਹੀ ਫਿਰਦਾ ਰਿਹਾ, ਹੁਣ ਤੁਸੀਂ ਆਪ ਵੀ ਅੰਦਾਜ਼ਾ ਲਾ ਲਓ ਵੀ ਉਹ ਕਿਸੇ ਵੇਲੇ ਵੀ ਜਾ ਕੇ ਬੀਜੇਪੀ ਦੇ ਦਫ਼ਤਰ ਜਾਏਗਾ ਤੇ ਉਹ ਪਟਾ ਜਿਹਾ ਪਵਾ ਕੇ ਕਹੇਗਾ ਲਓ ਜੀ ਮੈਂ ਤਾਂ ਤੁਹਾਡਾ ਹੀ ਜੋ ਮਰਜ਼ੀ ਕਰ ਬਸ। ਬਟ ਇਹਨੂੰ ਇਹ ਇੰਨਾ ਖਿਆਲ ਰੱਖਿਓ ਕਿ ਹਰਮੀਤ ਸਿੰਘ ਕਾਲਕਾ ਜੀ, ਅਵਤਾਰ ਸਿੰਘ ਕਾਲਕਾ ਨੇ ਤੁਹਾਨੂੰ ਹਰਾਇਆ ਵੀ ਸੀ, ਬੜਾ ਵੱਡਾ ਥੰਮ ਹੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ, ਤੇ ਖੁੱਜੇ ਲੈਣ ਉਹਨੇ ਲਾਇਆ ਸੀ ਤੁਹਾਨੂੰ। ਪਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ, ਚਲੋ ਠੀਕ ਹੈ, ਪਰ ਸਿੱਖ ਕੌਮ ਦੇ ਜਿੰਨੇ ਵੀ ਦਿੱਲੀ ਵਾਲੇ ਤੇ ਪੰਜਾਬ ਵਾਲੇ ਨੇ, ਉਹਨਾਂ ਨੂੰ ਇਹ ਲਾਲਾ ਜੀ ਦੀ ਸਿਆਸਤ ਸਮਝ ਲੈਣੀ ਚਾਹੀਦੀ ਹੈ ਕਿ ਇੱਕ ਇੱਕ ਕਰਕੇ ਸਿੱਖਾਂ ਦੇ ਜਿੰਨੇ ਵੀ ਦਿੱਲੀ ਦੇ ਵਿੱਚ MLA ਸਨ, ਉਹਨਾਂ ਨੂੰ ਕਿਵੇਂ ਨੁੱਕਰੇ ਲਾਇਆ, ਕਿਵੇਂ ਜਰਨੈਲ ਸਿੰਘ ਨੂੰ ਲਿਆ ਕੇ ਹੁਕਮ ਜੀ, ਕਈ ਕਹਿਣਗੇ ਜੀ ਉਹ ਤੇ ਕਰਨਾ ਹੀ ਪੈਣਾ, ਉਹ ਤੁਹਾਨੂੰ ਸਮਝੀ, ਤੁਸੀਂ ਭੋਲੇ ਹੋ, ਤੁਹਾਨੂੰ ਸਮਝ ਹੀ ਨਹੀਂ ਆਈ ਕਿਵੇਂ ਤੁਹਾਨੂੰ ਖੁੱਡੇ ਲੈਣ ਲਾਇਆ ਗਿਆ, ਕਿਵੇਂ ਤੁਹਾਨੂੰ ਵਰਤਿਆ ਗਿਆ, ਕਿਵੇਂ ਮਤਲਬ ਹੁਣ ਮੇਰੇ ਮੂੰਹ ਚ ਲਫ਼ਜ਼ ਨਿਕਲ ਚੱਲਿਆ ਸੀ, ਤੁਹਾਡੀਆਂ ਜੁੱਤੀਆਂ ਤੇ ਤੁਹਾਡਾ ਹੀ ਸਿਰ, ਦੇਸ਼ਾਂ ਵਿਦੇਸ਼ਾਂ ਦੇ ਢੋਲਕੀਆਂ ਛਾਣੇ ਵਜਾਉਂਦੇ ਗਏ, ਇੱਥੇ ਪੈਸੇ ਮਣਾ ਮੂੰਹੀ ਤੁਸੀਂ ਉਹਨਾਂ ਨੂੰ ਦਿੱਤੇ। ਅੱਜ ਕਰੋ ਹਾਂ ਗੱਲ, ਤੁਸੀਂ ਕਦੀ ਤੁਹਾਡਾ ਆ ਕੇ ਵਿਦੇਸ਼ਾਂ ਚ ਹਾਲ ਚਾਲ ਪੁੱਛਿਆ ਲਾਲਾ ਜੀ ਨੇ? ਬਿਲਕੁਲ ਜੀ, ਬਿਲਕੁਲ ਨਹੀਂ ਪੁੱਛਿਆ ਜੀ, ਨਹੀਂ ਪੁੱਛਿਆ। ਫਿਰ ਕਿੱਦਾਂ ਲਾਏ, ਸਾਰੇ ਖੁੰਝੇ ਲਾਤੇ ਨਾ, ਇੱਕ ਅਦਾ ਰੱਖਿਆ ਆਪਣੀ ਰਬੜ ਦੀ ਮੋਹਰ, ਪਤਾ ਵੀ ਉਹਨੂੰ ਢਾਲ ਲਓ, ਏਦਾਂ ਉਹਦਾ ਪਤਾ ਕੋਈ ਨਹੀਂ ਕੀ ਆ, ਉਹ ਵੀ ਜਰਨੈਲ ਹੀ ਆ। ਬਿਲਕੁਲ 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 ਜੀ। ਆ ਲਓ ਅਗਲੀ ਕਾਲ ਲੈ ਲਓ। ਹੈਲੋ ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਅਮਰੀਕ ਸਿੰਘ ਗੱਲ ਬੋਲ ਰਿਹਾ, ਤੇ ਮੈਂ ਜ਼ਿਆਦਾ ਤੁਹਾਡਾ ਰੋਜ਼ ਸ਼ੋਅ ਹੀ ਸੁਣਦਾ ਹੁੰਦਾ, ਤੇ ਕਾਲ ਪਹਿਲਾਂ ਕੀਤੀ ਨਹੀਂ ਸੀ। ਮੈਂ ਨਾਲ ਪੁੱਛਣਾ ਸੀਗਾ ਵੀ ਕੋਟਕਪੂਰੇ ਸ਼ਹਿਰ ਦਾ ਸਾਡੇ ਦਾ ਉੱਥੇ ਨਾ, ਉਹਦਾ ਕੀ ਪੋਜੀਸ਼ਨ ਹੈ ਉੱਥੋਂ ਦੀ? ਬੰਦ ਪਿਆ ਦਰਵਾਜ਼ਾ ਜਿਵੇਂ ਫਾਟਕ ਕੋਟਕਪੂਰੇ ਦਾ। ਅਰੇ ਕੋਟਕਪੂਰੇ ਬਾਰੇ ਦੱਸਿਓ ਪੱਟੀ ਸਾਹਿਬ। ਪਾਓ ਕਾਲ ਹੋਰ ਲੈ ਲਈਏ ਪਹਿਲਾਂ। ਹੈਲੋ ਜੀ ਚਾਵਲਾ ਸਾਹਿਬ ਤੇ ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੇਰੇ ਛੋਟੇ 2 ਸਵਾਲ ਆ। ਇੱਕ ਸਵਾਲ ਇਹ ਹੈ ਕਿ ਜਿੱਦਾਂ ਹੁਣ ਇੱਕ ਇੱਕ ਕਰਕੇ ਕਰਿਓ ਪਹਿਲਾਂ, ਇੱਕ ਕਰਕੇ ਕਰ ਰਿਹਾ ਮੈਂ। ਜਿੱਦਾਂ ਹੁਣ ਰਾਜੇਵਾਨ ਸਾਹਿਬ ਆਪਣਾ ਭਾਈ ਸਾਹਿਬ ਜੇਲ੍ਹ ਤੋਂ ਬਾਹਰ ਤੋਂ ਆਏ ਸੀਗੇ, ਇਹ ਰਿਹਾ ਆਪਣਾ ਪੈਰੋਲ, ਆਪਣਾ ਕਿਉਂ ਕਹਿੰਦੇ ਆ, ਪੈਰੋਲ ਤੇ ਉਹ ਆ ਕੇ ਉਹਨਾਂ ਫਿਰ ਅਕਾਲੀ ਦਲ ਨੂੰ ਕਹਿੰਦੇ ਸਪੋਰਟ ਕਰੋ ਜੀ, ਸਪੋਰਟ ਕਰੋ। ਇਹਦੇ ਪਿੱਛੇ ਇਹਨਾਂ ਦਾ ਕੀ ਮੰਤਵ ਹੈ? ਦੂਸਰਾ ਜਿਹੜਾ ਇੱਕ ਹੋਰ ਛੋਟਾ ਸਵਾਲ, ਜਿਹੜੇ ਫਕਰੇ ਕੌਮ ਇਲੈਕਸ਼ਨ ਫਿਰ ਲੜ ਰਹੇ ਆ, ਠੀਕ ਹੈ ਬਾਈ ਲਾ ਇਹ ਲੜ ਸਕਦੇ, 94 ਸਾਲ ਦੀ ਇਹਨਾਂ ਦੀ ਉਮਰ ਹੈ, ਪਰ ਪਿਛਲਾ ਰਿਕਾਰਡ ਦੇਖੀਏ ਤਾਂ ਸਿਰਫ ਇੱਕ ਵਾਰੀ ਗਏ ਵਿਧਾਨ ਸਭਾ 'ਚ 5 ਸਾਲ 'ਚ। ਅਗਲੇ ਦੀ ਵੀ ਲੜਨੀ ਉਹਨਾਂ ਨੇ, ਮਿਹਰਬਾਨੀ। ਅੱਛਾ, ਅਗਲੇ ਦੀ ਵੀ ਲੜਨੀ ਆ। ਮੇਰੀਆਂ ਬੈਸਟ ਵਿਸ਼ੇਸ ਨੇ। ਇੱਕ ਵਾਰੀ ਗਏ ਵਿਧਾਨ ਸਭਾ ਵੀ ਸਹੁੰ ਚੱਕਣ ਵਾਸਤੇ। ਹੁਣ ਜਿਹੜੇ ਪਬਲਿਕ ਦਾ ਇਹ ਕੀ ਸਵਾਰਦੇ ਹੋਣਗੇ, ਤੇ ਗੌਰਮੈਂਟ ਦੇ ਬੋਝ ਨਹੀਂ ਇਹ ਲੋਕ? ਬਿਲਕੁਲ ਜੀ। ਪਹਿਲੀ ਗੱਲ ਤੁਸੀਂ ਰਾਜੇਵਾਲ ਸਾਹਿਬ ਦੀ ਗੱਲ ਕੀਤੀ ਹੈ ਜੀ, ਮੈਂ ਤੁਹਾਨੂੰ ਰਾਜੇਵਾਲ ਸਾਹਿਬ ਬਾਰੇ ਦੱਸ ਦਿਆਂ ਕਿ ਰਾਜੇਵਾਲ ਸਾਹਿਬ ਨੇ ਕੋਈ ਨਵੀਂ ਸਪੋਰਟ ਨਹੀਂ ਕੀਤੀ ਅਕਾਲੀ ਦਲ ਬਾਦਲ। 2012 ਚ ਵੀ ਅਕਾਲੀ ਦਲ ਬਾਦਲ ਦੀ ਸਪੋਰਟ ਕੀਤੀ ਸੀ, 2017 ਚ ਬਾਦਲ ਦੀ ਸਪੋਰਟ ਕੀਤੀ ਤੇ 2022 ਚ ਵੀ ਕਰ। ਤੁਸੀਂ ਕੱਲ ਵੇਖੋ, ਵੀਡੀਓ ਵੇਖੋ, ਵੀਡੀਓ ਦੇ ਵਿੱਚ ਬਕਾਇਦਾ ਤੌਰ ਤੇ ਤੁਸੀਂ ਵੇਖੋ, ਜਦੋਂ ਉਹ ਸਟੇਜ ਤੇ ਬੋਲ ਰਿਹਾ ਰਾਜੇਵਾਲਾ, ਤੇ ਉਹਦੇ ਇੱਕ ਪਾਸੇ ਖਿਲਾਫ ਗੁਰਚਰਨ ਸਿੰਘ ਗਰੇਵਾਲ, ਜਿਹੜਾ ਸੁਖਬੀਰ ਸਿੰਘ ਬਾਦਲ ਦਾ ਤੇ ਮਜੀਠੀ ਦਾ ਸਿਪਾਹ ਸਲਾਰ, ਸ਼੍ਰੋਮਣੀ ਕਮੇਟੀ ਮੈਂਬਰ ਆ,
ਤੇ ਦੂਜੇ ਪਾਸੇ ਖੜਾ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਜਿਵੇਂ ਦੀ ਚੂੜੀਆਂ ਵੜੇ ਕੇ ਮਨਾਉਂਦੇ ਵੀ ਤੂੰ ਆਹ ਗੱਲ ਕਹਿ। ਤੀਜੇ ਪਾਸੇ ਤੇ ਦੋਨਾਂ ਇਹਨਾਂ ਦੋਨਾਂ ਦੀ ਹਿਸਟਰੀ ਪੜ੍ਹ ਲਓ ਕੀ ਆ ਕਾਰਕੂਵਾਦ ਦੇ ਵੇਲੇ। ਬਿਲਕੁਲ ਬਿਲਕੁਲ ਹਿਸਟਰੀ ਪੜ੍ਹ ਲਈ ਤਾਂ ਬੜੀ ਲੰਮੀ ਚੜੀ ਬਣ ਜਾਣੀ ਹੈ। ਫੇਰ ਮੇਰੇ ਕੋਲ ਰਹਿ ਨਹੀਂ ਹੁੰਦਾ, ਫੇਰ ਕਹਿੰਦੇ ਜ਼ਿਆਦਾ ਬੋਲ ਜਾਣਾ ਤੂੰ। ਠੀਕ ਹੈ ਜੀ। ਅਗਲੇ ਪਾਸੇ ਚੱਲ ਜਾਓ ਤੁਸੀਂ, ਜਿਹੜੀਆਂ ਪੰਥਕ ਜਥੇਬੰਦੀਆਂ ਗਈਆਂ ਉਹਦੇ ਨਾਲ ਗੱਲ ਕਰ ਰਹੇ ਸੀ, ਭਾਈ ਸਾਹਿਬ ਤੁਸੀਂ ਬਾਦਲ ਦੀ ਸਪੋਰਟ ਜੀ ਸਦਕੇ ਕਰੋ, ਲੇਕਿਨ ਜਿਹੜੀ ਬੇਅਦਬੀ ਹੋਈ ਆ ਉਹਦਾ ਇਨਸਾਫ ਉਹਦੀ ਵੀ ਗੱਲ ਕਰੋ। ਤੁਸੀਂ 328 ਰੁਪਏ ਦੀ ਵੀ ਗੱਲ ਕਰੋ। ਉਹਨਾਂ ਨੂੰ ਲਾਗੇ ਦੀ ਫਟਕਣ ਦਿੱਤਾ ਤੇ ਕਮਰਧਾਰੀ ਬੀਬੀ ਨੇ ਬਕਾਇਦਾ ਤੌਰ ਤੇ ਰੋਸ ਪ੍ਰਗਟ ਕੀਤਾ ਕਿ ਜੀ ਉਹਦੀ ਕੁਰਬਾਨੀ ਨੂੰ ਵੇਖ ਕੇ ਸਨਮਾਨਿਤ ਕਰਨਾ ਚਾਹੁੰਦੇ ਸਨ। ਲਾਗੇ ਲੱਗਣ ਦਿੱਤਾ ਅਗਲੇ, ਲੇਕਿਨ ਸਾਨੂੰ ਲਾਗੇ ਦੀ ਫਟਕਣ ਦਿੱਤਾ। ਕਿਉਂ ਫਟਕਣ ਦਿੱਤਾ ਤੁਹਾਨੂੰ? ਉਹਨਾਂ ਦੇ ਘੇਰਾ ਇੰਜ ਪਾਇਆ ਜਿਵੇਂ ਮਤਲਬ ਇਹ ਕਿਸੇ ਨੂੰ ਮਿਲੇ ਨਾ ਕਿਸੇ ਨੂੰ। ਉਹਨੂੰ ਤੇ ਪਰਿਵਾਰ ਨੂੰ ਨਹੀਂ ਮਿਲ ਦਿੱਤਾ 1 ਘੰਟੇ ਸਮੇਂ ਦੇ ਵਿੱਚ ਪੂਰੀ ਚੰਗੀ ਤਰ੍ਹਾਂ ਤੇ। ਦੂਸਰੀ ਜਿਹੜੀ ਗੱਲ ਕੀ ਹੈ, ਉਹ ਬੀਬੀ ਨੇ ਇੰਨੀ ਗੱਲ ਕਹਿਤੀ ਲਾਈਵ ਹੋ ਕੇ ਵੀ ਰਾਜੇਵਾਲ ਸਾਹਿਬ ਤੁਸੀਂ ਤੁਹਾਡੀ ਕੁਰਬਾਨੀ ਦਾ ਅਸੀਂ ਸਤਿਕਾਰ ਕਰਦੇ ਹਾਂ, ਤੁਸੀਂ ਬਾਹਰ ਆਇਓ, ਜੀ ਆਇਆਂ ਨੂੰ। ਸਾਨੂੰ ਨਹੀਂ ਮਿਲ ਦਿੱਤਾ ਕੋਈ ਗੱਲ ਨਹੀਂ, ਤੁਹਾਡੇ ਅਸੀਂ ਦਰਸ਼ਨ ਕਰ ਲਏ ਤਾਂ ਇੰਨੇ ਕਾਫੀ ਆ। ਲੇਕਿਨ ਅਸੀਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਵੀ ਬਾਦਲਾਂ ਦੀ ਸਪੋਰਟ ਕਰੋ, ਜਿਨ੍ਹਾਂ ਬੇਅਦਬੀ ਕੀਤੀ ਉਹਨਾਂ ਦੀ ਸਪੋਰਟ ਕਰੋ, ਜਿਨ੍ਹਾਂ 328 ਸਰੂਪ ਦਿੱਤੇ ਉਹਨਾਂ ਦੀ ਸਪੋਰਟ ਕਰੋ। ਜੀ 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 328 ਸਰੂਪ ਗੁੰਮ ਕਰਨ ਵਾਲੇ ਤੁਹਾਡੇ ਘੇਰੇ ਘੇਰੇ ਦੋਵੇਂ ਖੜੇ ਨੇ। ਐਸਜੀਪੀਸੀ ਦੇ ਜਿਹੜੇ ਇੱਕ ਮੈਂਬਰ ਤੇ ਇੱਕ ਪ੍ਰਧਾਨ ਆ। ਬਸ ਕੇਸਰੀ ਲਹਿਰ ਤੋਂ ਬਾਅਦ ਫਿਰ ਲਹਿਰ ਤੇ ਨਾ ਕੋਈ ਚੱਲੀ। ਜੀ 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 ਕੇਸਰੀ ਲਹਿਰ 2012 ਦੀ ਚੱਲੀ ਹੋਈ, ਕੋਈ ਦਿਨ ਨਾ ਚੱਲੀ। ਲਹਿਰ ਕਿੱਦਾਂ ਚੱਲੀ ਇੱਥੇ ਤੁਹਾਨੂੰ ਪਤਾ ਹੀ ਆ। ਪਰ ਰਾਜੇਵਾਲ ਨੂੰ ਨਿਕਲ ਚਾਹੀਦਾ। ਰਾਜੇਵਾਲ ਸਾਹਿਬ ਦੀ ਥਾਂ ਦੇ ਉੱਤੇ ਜਿਹੜੀ ਇਹਨਾਂ ਨੂੰ ਫਾਂਸੀ ਲੱਗਣੀ ਤੇ ਫਾਂਸੀ ਚੜ ਗਿਆ ਤੇਰਾ ਜਸਪਾਲ ਸਿੰਘ ਤੋੜ ਸਿੱਧਵਾ। ਕਦੀ ਉਹਨਾਂ ਦੇ ਪਰਿਵਾਰ ਨੂੰ ਪੱਤਰ ਲਿਖ ਕੇ ਰਾਜੇਵਾਲ ਸਾਹਿਬ ਨੇ ਕਦੀ ਅਫਸੋਸ ਪ੍ਰਗਟ ਕੀਤਾ? ਕੀ ਲੋੜ ਆ? ਜਾਂ ਜਿਹੜੇ ਗੁਰਦਾਸਪੁਰ ਵਾਲੇ ਜਾਂ ਦੂਜੇ ਤੀਜੇ ਜਿਹੜੇ ਉਹ ਬਾਪੂ ਲੁਧਿਆਣੇ ਵਾਲਾ, ਉਹਦੀ ਕੀ ਲੋੜ ਆ? ਜੀ 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 ਹਾਂ। ਜਿਹੜੀ ਅਗਲੀ ਗੱਲ ਨਾ ਕੀਤੀ ਹੈ ਜੀ, ਇਸ ਕਰਕੇ ਮੈਂ ਸੋਚਦਾ ਵੀ ਰਾਜੇਵਾਲ ਜੋ ਮਰਜ਼ੀ ਕਹੇ 2012 ਚ ਵੀ ਕੀਤੀ ਸੀ, 2017 ਚ ਵੀ, 2022 ਵੀ ਕਹਿਤਾ ਵੀ ਤੁਸੀਂ ਅਕਾਲੀ ਦਲ ਨੂੰ ਵੋਟਾਂ ਪਾਓ, ਕੋਈ ਗੱਲ ਨਹੀਂ। ਇਹ ਵੀ ਕਹਿਤਾ ਵੀ ਮੇਰੇ ਬਾਪ ਨੂੰ ਸ਼ਰਧਾਂਜਲੀ ਇਹ ਸੱਚੀ ਹੋਏਗੀ ਤੁਸੀਂ ਅਕਾਲੀ ਦਲ ਨੂੰ ਵੋਟਾਂ ਪਾਓ। ਬੜੀ ਦੂਰ ਤੱਕ ਚਲਾ ਗਿਆ ਉਹ ਬੰਦਾ। ਜੀ 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 ਨਹੀਂ ਸੀ ਜਾਣਾ ਚਾਹੀਦਾ। ਮੈਂ ਅਗਲੀ ਗੱਲ ਕਰਨ ਲੱਗਾ ਜਿਹੜੀ ਫਕਰੇ ਕੌਮ ਦੀ ਗੱਲ। ਸਕ੍ਰਿਪਟ ਪੜ੍ਹ ਕੇ ਆਇਆ ਸੀ, ਆ ਸਕ੍ਰਿਪਟ ਦਿੱਤੀ ਸੀ ਅੰਦਰੋਂ, ਜੋ ਮਰਜ਼ੀ ਕਹਿ ਲਓ, ਸਾਰੀ ਉਹਦੀ ਕੁਰਬਾਨੀ ਨੂੰ ਅਸੀਂ ਮਾੜਾ ਨਹੀਂ ਕਹਿੰਦੇ। ਬਿਲਕੁਲ ਕਹਿ ਸਕਦੇ। ਚਲੋ ਫਕਰੇ ਕੌਮ ਪੰਥ ਰਤਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੱਲ ਆਪਣੇ ਨੋਮੀਨੇਸ਼ਨ ਪੱਤਰ ਦਾਖਲ ਕੀਤੇ। 30 ਸੈਕਿੰਡ ਨੇ ਆਪਣੇ ਕੋਲ। ਤੇ ਨੋਮੀਨੇਸ਼ਨ ਪੱਤਰ ਦਾਖਲ ਕਰਨ ਸਮੇਂ ਉਹਨਾਂ ਨੂੰ ਪੁੱਛਿਆ ਜੀ ਤੁਹਾਡੀ ਇਲੈਕਸ਼ਨ ਦਾ ਕਿਹਨਾਂ ਦਾ? ਵੀ ਵਿਲ ਵਿਨ ਬਾਈ ਥੰਬਸ ਆਫ ਮੈਜੋਰਟੀ। ਅੰਗਰੇਜ਼ੀ ਜੀ ਬੋਲਿਆ ਬਾਪੂ। ਬਿਲਕੁਲ ਚੈਲੰਜ ਕਿਹਾ ਵੀ ਵਿਲ, ਮਤਲਬ ਜ਼ਰੂਰ ਕੀਤਾ ਸੀ ਜੀ। ਕਿਹਾ ਵੀ ਤੁਹਾਡੇ ਮੁਕਾਬਲੇ ਚ ਕੌਣ? ਕੋਈ ਨਹੀਂ। ਕਹਿੰਦੇ ਕੁਝ ਲੋਕ ਖੜੇ ਆ ਨਾ, ਖੜਦੇ ਖੁਰਦੇ ਬਥੇਰੇ ਹੁੰਦੇ, ਕੋਈ ਗੱਲ ਨਹੀਂ ਆਪਾਂ ਜਿੱਤਾਂਗੇ, ਫੇਰ ਜਿੱਤ ਕੇ ਜਾਵਾਂਗੇ ਵਿਧਾਨ ਸਭਾ ਦੇ ਵਿੱਚ। ਤੇ ਜ਼ਬਾਨ ਸਤਪਾਉਂਦੀ ਸੀਗੀ, ਚੰਗੀ ਤਰ੍ਹਾਂ ਬੋਲ ਨਹੀਂ ਸਕਦੇ। ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀਲ ਚੇਅਰ ਚ ਆ ਕੇ ਤੁਸੀਂ ਆਪਣੇ ਕਾਗਜ਼ ਦਾਖਲ ਕਰਨੇ ਹੋ। ਇਸ ਕਰਕੇ ਚਲੋ ਮਰਜ਼ੀ ਆ ਜੀ ਉਹਨਾਂ ਦੀ, ਹੁਣ ਤੁਹਾਨੂੰ ਪਤਾ ਨਹੀਂ ਫਕਰੇ ਕੌਮ ਜੋ ਕੁਝ ਵੀ ਕਰ ਸਕਦੇ ਨੇ। ਇੱਕ ਲਫ਼ਜ਼ ਜਿੰਦੇ ਰਹੇ ਤਾਂ ਆਪਾਂ ਕਹਿਣਾ ਬਾਅਦ ਚ ਕਵਾਂਗੇ, ਅਜੇ ਨਹੀਂ, ਲੇਟਰ ਔਨ। ਜੀ 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 ਦੋਸਤੋ ਦਿਓ ਛੁੱਟੀਆਂ, ਖੁਸ਼ ਰਹੋ, ਬਾਦ ਰਹੋ, ਚੜ੍ਹਦੀ ਕਲਾ ਚ ਰਹੋ। ਭੁੱਲਾਂ ਚੁੱਕਾਂ ਦੀ ਮਾਫੀ, ਰੱਬ ਰਾਖਾ, ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।